वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी भागे हो जो 8वें पातशाह बाला प्रीतम सतगुरु जिस डिठै सब दुख जाए इन्हां अजमतां वडियाइयां दे मालक गुरु हरकृष्ण साहब महाराज जी दे पवित्र चरण छोह प्राप्त इतिहासक अस्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार सारे उच्चारण करो जी सतनाम वाहिगुरु जी। ये इतिहास पहले पातशाह जौहर पीर जगत गुरु कल तारण आए श्री गुरु नानक देव महाराज जी का है। प्रसंग है सतगुरु जी बिसियर देश गए ने। उत्थे दो धर्मी पुरख रहिंदे सन, भाई झंडा भाई इंद्र सैन। भाई झंडे नूं सतगुरां मंजी बख्शी है। इंद्र सैन नूं सच्चे पातशाह ने परम पदवी बख्शी है। इंद्र सैन दा मामा सी सुदर सैन। उन्हों जदों पता लग्या भी मेरे देश दे एक तरखान नूं तरखानी लकड़ी दी किरत करन वाले एक मजदूर आदमी नूं कोई गद्दी मिली है, सारा देश ओदी पूजा करेगा, तो शायद उसनों लग्या होएगा कि मेरी पदवी नूं किसी ने चैलेंज किया है। मेरे हक हकूक जिहड़े ने मेरे अधिकार खेतर दे विच किसी ने सन लाउण दी कोशिश की है। उन्हें गुरु नानक साहब नूं अपना आदमी भेजिया ते तलब किया। मानव आवत वाक अलावा कौन तपा तुम विखे कहावा। नाम है श्री नानक जाको नृपत बुलावत है अब ताको। इंद्र सैन गया दस के गया गुरु साहब नूं के सुदर सैन राजा मेरा मामा है, तुसी आग्या दिओ मैं जाके उसनों समझावा ताकि उहदे कोलों कोई अवग्या कोई भुल ना होवे। देखो ये सारी दुनिया ते गल लागू होंदी है कि अब पुछताए क्या होए जब चिड़िया चुग गई खेत।
ਜਦੋਂ ਚਿੜੀਆਂ ਨੇ ਖੇਤ ਚੁਗ ਲਿਆ ਤੇ ਪਛਤਾਵਾ ਕਰਨ ਦਾ ਕੀ ਫਾਇਦਾ ਹੈ। ਅਸੀਂ ਨੁਕਸਾਨ ਖਾ ਲਿਆ ਫਿਰ ਪਛਤਾਵਾ ਕੀਤਾ ਤੇ ਕੀ ਫਾਇਦਾ ਹੈ। ਇਹ ਦੁਨੀਆ ਦਾ ਦਸਤੂਰ ਹੈ। ਧਰਮ ਦੀ ਸਿੱਖਿਆ ਹੈ ਕਿ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ। ਜੇ ਪਹਿਲਾਂ ਗੱਲ ਸਿਆਣੀ ਸਮਝਣ ਦੀ ਕੋਸ਼ਿਸ਼ ਕੀਤੀ ਜਾਏ ਤੇ ਨੁਕਸਾਨ ਵੀ ਕਿਉਂ ਹੋਵੇ ਤੇ ਉਹਦੀ ਪਨਿਸ਼ਮੈਂਟ ਵੀ ਕਿਉਂ ਸਹਿਣੀ ਪਵੇ, ਸਜ਼ਾ ਦੇ ਹੱਕਦਾਰ ਵੀ ਕਿਉਂ ਬਣੀਏ ਭਾਈ। ਇਸੇ ਕਰਕੇ ਇੰਦਰਸੈਨ ਉੱਠਿਆ, ਉਹਨੇ ਜਾ ਕੇ ਆਪਣੇ ਮਾਮੇ ਨੂੰ ਸਮਝਾਇਆ। ਮਾਮੇ ਦੇ ਵੀ ਭਾਗ ਚੰਗੇ ਸੀ, ਕਿਉਂਕਿ ਜਿਹੜੀ ਗੱਲ ਮੈਨੂੰ ਸਮਝ ਆਈ ਹੈ ਕਿ ਬੰਦਾ ਆਪਣੇ ਆਪ ਦੇ ਵਿੱਚ ਕੁਝ ਵੀ ਨਹੀਂ ਹੈ। ਸਮਾਂ ਹੀ ਚੰਗਾ ਤੇ ਸਮਾਂ ਹੀ ਮਾੜਾ ਹੁੰਦਾ ਹੈ। ਉਹੀ ਬੰਦਾ ਹੁੰਦਾ ਹੈ ਗਲਤੀਆਂ ਕਰਦਾ ਹੈ, ਉਹੀ ਬੰਦਾ ਹੁੰਦਾ ਹੈ ਚੰਗੇ ਕੰਮ ਕਰਦਾ ਹੈ, ਉਹੀ ਬੰਦਾ ਹੁੰਦਾ ਹੈ ਕਿਸੇ ਵੇਲੇ ਉਹਨੂੰ ਇੱਜ਼ਤਾਂ ਤੇ ਮਾਣ ਮਿਲਦੇ ਨੇ, ਉਹੀ ਬੰਦਾ ਹੁੰਦਾ ਹੈ ਕਿਸੇ ਵੇਲੇ ਉਹਨੂੰ ਲਾਹਣਤਾਂ ਤੇ ਸਜ਼ਾਵਾਂ ਮਿਲਦੀਆਂ ਨੇ। ਇਹ ਤਾਂ ਹੈ ਨਹੀਂ ਕਿ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਬੰਦੇ ਦਾ ਦਿਮਾਗ ਬਦਲਦਾ ਹੋਵੇ, ਉਹਦੇ ਹੱਥ ਪੈਰ ਬਦਲਦੇ ਹੋਣ। ਵਕਤ ਜਦੋਂ ਬਦਲ ਜਾਂਦਾ ਹੈ ਤਾਂ ਇੱਕ ਪਾਠ ਪਿਛਲੇ ਦਿਨਾਂ ਵਿੱਚ ਆਪਾਂ ਬੜਾ ਭਲਾ ਸਮਝਿਆ ਹੈ। ਉਹ ਇਹ ਹੈ ਕਿ ਹਰ ਵਕਤ ਇੱਕ ਗੱਲ ਜ਼ਰੂਰ ਚੇਤੇ ਰੱਖਣੀ ਚਾਹੀਦੀ ਹੈ ਕਿ ਜੇ ਉਹ ਸਮਾਂ ਨਹੀਂ ਰਿਹਾ ਤੇ ਇਹ ਵੀ ਨਹੀਂ ਰਹੇਗਾ। ਹੁਣ ਅਸੀਂ ਇਹਨੂੰ ਲਾਗੂ ਕੀਤਾ ਹੈ ਦੁੱਖ ਤੇ। ਸਿਰਫ ਜਦੋਂ ਕੋਈ ਦੁਖੀ ਹੋਵੇ ਉਦੋਂ ਅਸੀਂ ਕਹਿੰਦੇ ਹਾਂ ਕਿ ਭਰਾ ਜੀ ਜੇ ਉਹ ਸਮਾਂ ਨਹੀਂ ਰਿਹਾ ਤੇ ਇਹ ਵੀ ਨਹੀਂ ਰਹਿਣਾ। ਸਿਆਣੇ ਕਹਿੰਦੇ ਨੇ ਨਹੀਂ, ਇਹਨੂੰ 24 ਘੰਟੇ ਲਾਗੂ ਕਰੋ। ਭਾਵੇਂ ਵੀ ਜੇ ਦੁੱਖ ਵਾਲਾ ਸਮਾਂ ਨਹੀਂ ਰਿਹਾ ਤੇ ਜੇ ਅੱਜ ਤੂੰ ਸੁਖੀ ਹੈ ਤੇ ਚੇਤਾ ਰੱਖੀ ਰਹਿਣਾ ਇਹਨੇ ਵੀ ਨਹੀਂ ਹੈ। ਜੇ ਅੱਜ ਤੂੰ ਸੁਖ ਵਿੱਚ ਬੈਠਾ ਹੈ ਤੇ ਇਹ ਸਮਾਂ ਬਦਲ ਜਾਏਗਾ, ਕਿਉਂਕਿ ਇਹ ਵਕਤ ਦੀ ਖੇਡ ਹੈ। ਇਹ ਸਾਰਾ ਕੁਝ ਜਿਹੜਾ ਹੈ ਇਹ ਅਸੀਂ ਰੋਜ਼ ਜਿਹੜੇ ਨਿਤਨੇਮੀ ਸਿੱਖ ਨੇ ਰੋਜ਼ ਪੜ੍ਹਦੇ ਨੇ। ਕਾਲ ਪਾਏ ਬ੍ਰਹਮਾ ਬੱਪ ਧਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ। ਇਹ ਸਾਰੀ ਸਮੇਂ ਦੀ ਤੇ ਤਮਾਸ਼ਾ ਹੈ, ਸਾਰਾ ਸਮੇਂ ਦੀ ਤਾਂ ਖੇਡ ਹੈ। ਇਹ ਸਮੇਂ ਦੀ ਖੇਡ ਹੈ, ਇਹ ਵਕਤ ਦੀ ਖੇਡ ਹੈ। ਜੇ ਬ੍ਰਹਮਾ ਨੇ ਸਰੀਰ ਧਾਰਨ ਕੀਤਾ ਸੀ ਤੇ ਸਮਾਂ ਪਾ ਕੇ, ਜੇ ਸ਼ਿਵ ਜੀ ਨੇ ਅਵਤਾਰ ਧਾਰਨ ਕੀਤਾ ਸੀ ਤਾਂ ਸਮਾਂ ਪਾ ਕੇ, ਸਮਾਂਬੱਧ, ਜਿਹਨੂੰ ਆਪਾਂ ਸ਼ਾਇਦ ਨਹੀਂ ਸਮਝ ਪਾਵਾਂਗੇ ਉਹਦੇ ਲਈ ਅੰਗਰੇਜ਼ੀ ਦਾ ਵਰਡ ਬੜਾ ਵਧੀਆ ਹੈ, ਟਾਈਮ ਬਾਉਂਡ। ਇਹ ਜਿੰਨੇ ਵੀ ਅਵਤਾਰ ਆਏ ਨੇ ਟਾਈਮ ਬਾਉਂਡ ਆਏ ਨੇ, ਆਪਾਂ ਵੀ ਆਏ ਆ। ਸਾਡੇ ਸਾਰਿਆਂ ਲਈ ਕੋਈ ਪਾਠ ਹੈ ਕਿ ਮਰਨ ਲਖਾਏ ਮੰਡਲ ਮੇ ਆਏ। ਆਉਣ ਤੋਂ ਪਹਿਲਾਂ ਮੌਤ ਦਾ ਸਮਾਂ ਲਿਖਿਆ ਗਿਆ। ਜਿਤ ਦਿਹਾੜੇ ਧਨ ਵਰੀ ਸਾਹੇ ਲੈ ਲਖਾਏ। ਅੱਜ ਵੀ ਤੁਸੀਂ ਵੇਖੋ ਵੀ ਜਦੋਂ ਅਸੀਂ ਅਜੇ ਰੋਕੇ ਦੀ, ਸਗਨ ਦੀ, ਛੁਹਾਰੇ ਦੀ, ਮੰਗਣੀ ਦੀ ਅਰਦਾਸ ਵੀ ਨਹੀਂ ਕਰਦੇ, ਪਹਿਲਾਂ ਕਹਿੰਦੇ ਵੀ ਵਿਆਹ ਕਦੋਂ ਦਾ ਰੱਖਣਾ ਹੈ। ਜਿਹੜਾ ਸਾਹਾ ਹੈ ਉਹ ਪਹਿਲਾਂ ਸੁਧਾ ਲਿਆ ਜਾਂਦਾ ਹੈ। ਸੋ ਇਸ ਕਰਕੇ ਭਾਈ ਸਮਾਂ ਚੰਗਾ ਸੀ। ਸੁਦਰਸੈਨ ਨੂੰ ਗੱਲ ਸਮਝ ਆ ਗਈ। ਆਪਣੇ ਭਣੇਵੇਂ ਦੇ ਨਾਲ ਸੁੰਦਰ ਭੇਟਾਵਾਂ ਲੈ ਕੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਆਇਆ। ਸਤਿਗੁਰੂ ਜੀ ਦੇ ਅੱਗੇ ਆ ਕੇ ਕਰਤਾਰ ਪਰਮੇਸ਼ਰ ਰੂਪ ਜਾਣ ਕੇ ਮੱਥਾ ਟੇਕਿਆ। ਡੰਡੇ ਵੱਤ ਲੰਮਾ ਪੈ ਗਿਆ। ਹੁਣ ਕਿਹੜੀ ਅਦਾ ਰੱਬ ਨੂੰ ਚੰਗੀ ਲੱਗਦੀ ਹੈ ਇਹ ਸਾਨੂੰ ਕਿਸੇ ਨੂੰ ਨਹੀਂ ਪਤਾ। ਮੈਂ ਤੇ ਅਜੀਬ ਲੋਕਾਂ ਦੀ ਹਾਲਤ ਵੇਖੀ ਹੈ। ਲੋਕਾਂ ਦੇ ਘਰਾਂ ਵਿੱਚ ਇੱਕ ਬੱਚੇ ਦਾ ਪੋਸਟਰ ਹੁੰਦਾ ਹੈ,
तो बच्चा की कर रहा है? बच्चा बाथरूम कर रहा है, शुशू कर रहा है। ਉਹਦੀ फोटो ला के लोग घर च बैठे हुए ने। हुण माँ प्यो नूं बच्चे दी किहड़ी गल चंगी लगदी है, बच्चे दी किहड़ी अदा चंगी लगदी है। मैं कल भी इत्थे कथा नूं समाप्त कीता सी कि तुम मात पिता हम बारक तेरे। पर ये सारियां गल्लां तां ने जे असीं अपने आप नूं बच्चे मन्नीए तां। तो जे गोलक दे कोल खलो के इदा हथ फेरना है भी मेरी उम्र 65 साल है, तो फिर तो असी बाप हाँ, फिर साडा बाप कोई किवें हो सकता है। जदों गुरु कोल आउणा है तो फिर उदों उपदेश इहो ही है कि गुर की मत तू लेहे इयाणे। इत्थे बापू बन के नहीं आउणा, बच्चे बन के आउणा है। तो आप जी नूं पता है बच्चे दे अद्धे गुनाह तो वैसे ही बख्शे जाते, कहते छड्डो जी। ये नहीं कि साड़ी सभ्यता विच है, साडे कानून विच भी है। अगर एक बच्चा 18 साल तो छोटा है तो तुसी वेखो उहदे ते क्राइम दे कानून सारे लागू नहीं होंदे। 18 साल तो वड्डा होवे तो फांसी भी टंगिया जा सकदा है। जिहड़ी वो बच्ची नाल गुनाह होया सी, ਉਹਦੇ ਵਿੱਚ एक लड़के ने बड़ी कोशिश की भी मैं कहां जी मैं तो छोटा हाँ, जे सच्ची छोटा होंदा तो उन्हें फांसी तो बच जाना सी। पर अगले ने साबित किया भी ये छोटा नहीं है, चढ़ गया फांसी। बच्चे होने विच तां फायदा ही बहुत है। ये तो देसी फार्मूला भी बड़ा वधिया। बापू बापू कहंदे सी, सदा सुखी रहिंदे सी। कोई है सी रिस्पोंसिबिलिटी? काम जिन्ना मर्जी करो, जिम्मेवारी कोई नहीं है। सो इस करके भाई साडा फर्ज जिहड़ा है ना वो है मेहनत करनी, फल देना तो बापू का काम है। अमृत वेले उठिए, इशनान करिए, पाठ करिए, किरत करिए, बख्शिशां करनियां ते गुरु पिता जी का कर्म है। गुरु नानक साहब महाराज ने बख्शिशां नाल राजे सुधर सैन का जीवन भर दिता। आख्या राजा तेरे आले दुआले 17 राजे ने, सारे तेरी शरण विच आउणगे, वड्डा राजा तू होवेगा। हाँ जी। बहुर चलन की बात चलाई, सुनत नृपत ने गिरा अलाई। हुण इत्थे सतगुरु जी ने सिक्खी प्रगट की। सिक्खी प्रफुल्लित करन वास्ते भाई झंडे नूं मंजी दिती। बाहर चलन की बात चलाई, सुनत नृपत ने गिरा अलाई। सतगुरु कहन लगे चंगा भाई राजन, तुसी सुखी वसो, असी चलदे हां। देखो साधु कहंदे ही उस नूं ने, नगरी वसदी भली, साधु चलदे भले। जिहड़े साडे वांगू पक्के बन नूं बन के बह गए, वो संसारी ने। बड़ा सोहना शब्द विद्वान कहते ने, ये सवादू ने, साधु नहीं है। ये तो सवादू ने, वन सोने खाण वाले। साधु तो वो है भाई जिन्हें किते पकड़ रखी नहीं। साधु नूं की भाई रात कट्टी ते गए, वो जीवन नूं भी रात समझते हैं। उपदेश तो सानू भी यही है, जो सुपना अर पेखना ऐसे जग को जान। पर असी ते बड़े बड़े वड्डे प्रोग्राम प्लानिंग, बड़ी किड्डी वड्डी प्लानिंग है साडी एडी वड्डी प्लानिंग है भी 3-4 पीढ़ियां ते मतलब उत्थे रह ही सकदियां ने ना। इहो जे असी घर बनाउने आ, इहो जिहियां फैक्ट्रियां बनाउने आ, इदां दे असी बैंक बैलेंस इकट्ठे करते हैं भी भावें अगलियां 2-3 पीढ़ियां च लंगड़े लूले भी पैदा हो जाण, वो भी पल जाणगे। उदा असी कहने नहीं जी असी धर्मी है। धर्मी तो भाई पंछी ने। सुनिया किसी पंछी दे आलने च फ्रिज सुनी तुसी? कोई स्टोरेज नहीं है। उन्होंने भरोसा है कि जे सवेर चढ़ेगी तो रब खाण नूं भी देगा,
ਔਰ ਦਿੰਦਾ ਹੈ। ਮੈਂ ਤੇ ਬਹੁਤ ਵਾਰੀ ਬੇਨਤੀ ਕੀਤੀ, ਉਹੀ ਉਹਨਾਂ ਪੰਛੀਆਂ ਦੇ ਡਾਕਟਰ ਨੇ ਜਿਹੜੇ ਪੰਛੀ ਬੰਦਿਆ ਤੂੰ ਪਿੰਜਰੇ 'ਚ ਪਾਏ ਨੇ, ਉਹਨਾਂ ਜਾਨਵਰਾਂ ਦੇ ਡਾਕਟਰ ਨੇ ਜਿਹੜੇ ਜਾਨਵਰ ਤੂੰ ਚਿੜੀਆ ਘਰ 'ਚ ਬੰਨ੍ਹ ਦਿੱਤੇ ਨੇ। ਜਿਹੜੇ ਜੰਗਲ ਵਿੱਚ ਜਾਨਵਰ ਨੇ ਉਹਨਾਂ ਦਾ ਕੋਈ ਡਾਕਟਰ ਨਹੀਂ ਹੈ, ਉਹ ਬਿਮਾਰ ਹੁੰਦੇ ਹੀ ਨਹੀਂ। ਉਹ ਪੰਛੀ ਕਦੇ ਬਿਮਾਰ ਨਹੀਂ ਹੁੰਦੇ। ਕਦੇ ਸੁਣਿਆ ਤੁਸੀਂ ਜੰਗਲ ਦੇ ਕਿਸੇ ਪੰਛੀਆਂ ਦਾ ਕੋਈ ਡਾਕਟਰ ਹੋਵੇ? ਕੋਈ ਜਿਹੜੇ ਪਾਲਤੂ ਜਾਨਵਰ ਨੇ, ਸਾਡੇ ਘਰਾਂ ਦੇ ਰੱਖੇ ਕੁੱਤਿਆਂ ਦੇ ਡਾਕਟਰ ਨੇ, ਸਾਡੇ ਘਰ ਦੀਆਂ ਮੱਝਾਂ ਦੇ ਡਾਕਟਰ ਨੇ। ਜਿਹੜੇ ਜੰਗਲ 'ਚ ਵੱਗ ਫਿਰਦੇ ਨੇ ਜਾਨਵਰਾਂ ਦੇ, ਉਹਨਾਂ ਦਾ ਕੋਈ ਡਾਕਟਰ ਨਹੀਂ ਹੈ। ਸੱਚੇ ਪਾਤਸ਼ਾਹ ਮਹਾਰਾਜ ਦੇ ਸਨਮੁਖ ਰਾਜੇ ਨੇ ਬੇਨਤੀ ਕੀਤੀ। ਸਤਿਗੁਰੂ ਕਹਿਣ ਲੱਗੇ, ਚੰਗਾ ਭਾਈ ਰਾਜਨ, ਅਸੀਂ ਚੱਲਦੇ ਹਾਂ। ਤੇ ਰਾਜੇ ਨੇ ਦੋ ਹੱਥ ਜੋੜ ਕੇ ਬਿਨੈ ਕੀਤੀ ਹੈ। ਹਾਂਜੀ। ਗੱਜ ਬਾਜੀ ਸਭ ਰਾਜ ਸਮਾਜਾ, ਨਿਜ ਕਰ ਝੰਡੇ ਕੋ ਦੇਹੁ ਆਜਾ। ਹੁਣ 1 ਮਹੀਨਾ ਸਤਿਗੁਰੂ ਇਹਦੇ ਘਰ ਰਹੇ, ਰਾਜੇ ਸੁਦਰਸੈਨ ਦੇ ਘਰ। ਤੇ ਸਾਡੇ ਘਰ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਪੀੜ੍ਹੀਆਂ ਲੰਘ ਚੱਲੀਆਂ ਨੇ। ਮਤਲਬ ਦਾਦੇ ਵੇਲੇ ਦਾ ਪ੍ਰਕਾਸ਼ ਹੈ, ਬਾਪੂ ਵੇਲੇ ਦਾ ਪ੍ਰਕਾਸ਼ ਹੈ, ਤੇ ਪੋਤਰਿਆਂ ਦੇ ਵੇਲੇ ਤੱਕ ਪ੍ਰਕਾਸ਼ ਵੀ ਹੈਗਾ ਤੇ ਬਾਰ ਵੀ ਬਣ ਗਈ ਹੈ। ਇਹਨੂੰ ਕਹਿੰਦੇ ਨੇ ਮਰਜ ਬੜਤਾ ਗਿਆ ਜੂੰ ਜੂੰ ਦਵਾ ਕਰਤੇ। ਦਾਦਾ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਲੈ ਕੇ ਆਇਆ ਸੀ, ਪੋਤਰਿਆਂ ਨੇ ਸ਼ਰਾਬ ਦੀਆਂ ਬੋਤਲਾਂ ਲੈ ਆਂਦੀਆਂ। ਹੁਣ ਉਹ ਉਡੀਕਦੇ ਨੇ ਵੀ ਕਦੋਂ ਬਾਪੂ ਮਰੇ ਤੇ ਮਹਾਰਾਜ ਗੁਰਦੁਆਰੇ ਛੱਡ ਕੇ ਆਈਏ। ਅਸੀਂ ਰਸਾਤਲ ਵੱਲ ਜਾਂਦੇ, ਅਸੀਂ ਨਿਵਾਣ ਵੱਲ ਜਾਂਦੇ ਆ। ਚਾਹੀਦਾ ਇਹ ਸੀ ਕਿ ਮਨੁੱਖ ਉੱਚੀ ਪਰਮ ਅਵਸਥਾ ਵਾਲੇ ਪਾਸੇ ਨੂੰ ਤੁਰਦਾ। 1 ਮਹੀਨੇ ਦੀ ਸੰਗਤ ਤੋਂ ਬਾਅਦ ਅਸਰ ਇਹ ਹੋਇਆ ਕਿ ਹੁਣ ਰਾਜਾ ਸੁਦਰਸੈਨ ਕਹਿੰਦਾ ਵੀ ਮਹਾਰਾਜ ਮੇਰੇ ਘਰ ਵਿੱਚ ਗੱਜ ਨੇ, ਹਾਥੀ ਨੇ, ਬਾਜੀ ਘੋੜੇ ਨੇ, ਸਭ ਰਾਜ ਸਮਾਜਾ ਨਿਜ ਘਰ ਝੰਡੇ ਕੋ ਦੇਹੁ ਆਜਾ। ਕਹਿਣ ਲੱਗਾ ਜੀ ਚੱਲੇ ਹੋ ਤੇ ਆਪਣੇ ਹੱਥੀਂ ਇਹ ਸਾਰੀਆਂ ਚੀਜ਼ਾਂ ਭਾਈ ਝੰਡੇ ਨੂੰ ਦੇ ਦਿਓ। ਇਹ ਸਾਰੀਆਂ ਵਸਤਾਂ ਜਿਹੜੀਆਂ ਨੇ, ਜਿਹੜੀਆਂ ਰਾਜ ਭਾਗ ਦੀਆਂ ਲਖਾਇਕ ਨੇ, ਇਹ ਸਾਰਾ ਕੁਝ ਮਹਾਰਾਜ ਆਪਣੇ ਹੱਥੀਂ ਝੰਡੇ ਨੂੰ ਬਖਸ਼ ਦਿਓ। ਹਾਂਜੀ। ਮੋਹ ਕੋ ਲੇਹੋ ਆਪਣੇ ਸਾਥਾ, ਰਹਿ ਨਾ ਸਕੋ ਤੁਮ ਬਿਨ ਜਗਨਾਥਾ। ਕਹਿਣ ਲੱਗਾ ਜੀ ਮੈਨੂੰ ਆਪਣੇ ਨਾਲ ਲੈ ਚੱਲੋ, ਹੁਣ ਮੈਂ ਤੁਹਾਡੇ ਬਿਨਾ ਨਹੀਂ ਰਹਿ ਸਕਦਾ। ਜਿਸ ਦਿਨ ਤੁਹਾਨੂੰ ਸੰਗਤ ਦਾ ਆਨੰਦ ਆਏਗਾ ਤੁਸੀਂ ਅਗਲੇ ਦਿਨ ਮਿਸ ਨਹੀਂ ਕਰ ਸਕੋਗੇ। ਜਿਸ ਦਿਨ ਤੁਹਾਨੂੰ ਕੀਰਤਨ ਕਥਾ ਦਾ ਆਨੰਦ ਆਏਗਾ ਅਗਲੇ ਦਿਨ ਮਿਸ ਨਹੀਂ ਕਰੋਗੇ। ਤੁਸੀਂ ਵੇਖਿਆ ਹੀ ਹੈ, ਕੋਈ ਚੀਜ਼ ਤੁਸੀਂ ਟਿੱਕੀ ਖਾ ਲਈ, ਕੋਈ ਪਕੌੜਾ ਖਾ ਲਿਆ, ਕੋਈ ਚਾਟ ਖਾ ਲਈ, ਕੋਈ ਫਾਸਟ ਫੂਡ ਖਾ ਲਿਆ, ਉਸ ਤੋਂ ਬਾਅਦ ਕੀ ਹੁੰਦਾ? ਬਸ ਇਹੀ ਚੇਸ਼ਟਾ ਹੁੰਦੀ ਵੀ ਕਿਤੇ ਦੁਬਾਰਾ ਲੱਭ ਜਾਏ, ਕਿਤੇ ਵੱਲ ਭੰਨ ਕੇ ਵੀ ਗੱਡੀ ਦਾ ਵੀ ਚਲੋ ਕਨਾਟ ਪਲੇਸ ਲੰਘੇ ਤੇ ਭਾਈ ਉੱਥੋਂ ਆਹ ਚੀਜ਼ ਖਾਣ ਵਾਸਤੇ ਲਵਾਂਗੇ, ਬੜੀ ਸਵਾਦ ਸੀ। ਜੇ ਤੁਹਾਡੇ ਮਨ ਵਿੱਚ ਚੇਸ਼ਟਾ ਲੱਗੀ ਹੈ ਕਿ ਤੁਹਾਡਾ ਦੁਬਾਰਾ ਗੁਰਦੁਆਰੇ ਆਉਣ ਨੂੰ ਮਨ ਕੀਤਾ, ਦੁਬਾਰਾ ਸੰਗਤ ਵਿੱਚ ਬੈਠਣ ਨੂੰ ਮਨ ਕੀਤਾ, ਮੁੜ ਕੀਰਤਨ ਸੁਣਨ ਦੀ, ਕਥਾ ਸੁਣਨ ਦੀ ਇੱਛਾ ਪ੍ਰਗਟ ਹੋਈ ਹੈ, ਰਹਿ ਰਾਸ ਦਾ ਪਾਠ ਸੁਣਨ ਦੀ ਇੱਛਾ ਪ੍ਰਗਟ ਹੋਈ ਹੈ, ਤੇ ਸਮਝ ਲੈਣਾ ਵੀ ਕੰਮ ਤੁਰ ਪਿਆ। ਰਾਜਾ ਸੁਦਰਸੈਨ ਕਹਿਣ ਲੱਗਾ ਜੀ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ। ਇਹ ਹਾਥੀ ਘੋੜੇ ਮੈਂ ਕੀ ਕਰਨੇ ਨੇ? ਇਹ ਆਨੰਦ ਤੇ ਮੈਂ ਵੇਖਿਆ ਹੀ ਨਹੀਂ ਜ਼ਿੰਦਗੀ ਵਿੱਚ। ਇਸ ਕਰਕੇ ਰਹਿ ਨਾ ਸਕੋ ਤੁਮ ਬਿਨ ਜਗਨਾਥ, ਜਗਤ ਦੇ ਮਾਲਕ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ, ਮੈਨੂੰ ਆਪਣੇ ਨਾਲ ਲੈ ਚੱਲੋ। ਹਾਂਜੀ। ਮੀਨ ਨੀਰਗਤ ਸ਼੍ਰੀ ਪਗ ਸੰਗਾ, ਅਸ ਕਹਤੇ ਔਰ ਪ੍ਰੇਮ ਉਮੰਗਾ। ਇਹਦੀ ਅਵਸਥਾ ਪਾਣੀ ਵਾਲੀ ਮੱਛੀ ਵਰਗੀ ਬਣ ਗਈ। ਇਹਨੂੰ ਐਵੇਂ ਲੱਗਦਾ ਵੀ ਜੇ ਮੈਂ ਪਾਣੀ ਚੋਂ ਬਾਹਰ ਨਿਕਲਿਆ ਤੇ ਮੈਂ ਤੇ ਤੜਫ ਤੜਫ ਕੇ ਮਰ ਜਾਵਾਂਗਾ।
ਗੁਰੂ ਜੀ ਤੋਂ ਬਿਨਾ ਮੈਂ ਕਿਵੇਂ ਰਵਾਂਗਾ। ਅਸ ਕਹਿਤੇ ਹੋ ਔਰ ਪ੍ਰੇਮ ਉਮੰਗਾ। ਜਦੋਂ ਇਹ ਮੂੰਹ ਨਾਲ ਕਹਿੰਦਾ ਹੈ ਤੇ ਇਹਦੇ ਅੰਦਰ ਦੀ ਹਿਰਦੇ ਦੀ ਅਵਸਥਾ ਜਿਹੜੀ ਹੈ ਉਹ ਪਾਣੀ ਵਿੱਚ ਰਹਿਣ ਵਾਲੀ ਮੱਛੀ ਵਰਗੀ ਹੈ। ਅੰਦਰ ਪ੍ਰੇਮ ਹੈ, ਉਮਾ ਹੈ, ਉਛਾਲਾ ਹੈ ਕਿ ਮੈਂ ਤੇ ਨਾਲ ਹੀ ਜਾਣਾ ਹੈ। ਹਾਂਜੀ। ਭੁੱਲ ਕਾਹਵਤ ਤਨ ਗਦ ਗਦ ਬਾਨੀ, ਤਹਿ ਛਿਨ ਨ੍ਰਿਪ ਕੀ ਗਤ ਬਿਲ ਕਾਨੀ। ਹੁਣ ਅੱਖਾਂ ਦੇ ਵਿੱਚੋਂ ਜਲ ਵਗਦਾ ਹੈ, ਗਲੇ ਦੀ ਆਵਾਜ਼ ਜਿਹੜੀ ਉਹ ਭਾਰੀ ਹੋ ਗਈ ਹੈ। ਤੇ ਛਿਨ ਨ੍ਰਿਪ ਕੀ ਗਤ ਬਿਕਲਾਨੀ। ਉਹ ਤੇ ਐ ਜਿਵੇਂ ਵਿਆਕਲ ਹੋ ਜਾਂਦਾ, ਕਮਲਾ ਨਹੀਂ ਹੋ ਜਾਂਦਾ ਬੰਦਾ, ਪਾਗਲ ਹੋ ਜਾਂਦਾ। ਜਦੋਂ ਮਾਂ ਪਿਓ ਨੂੰ ਤੁਰਦਿਆਂ ਵੇਖਦਾ ਹੈ ਨਾ ਬੱਚਾ, ਹਾਲਾਂਕਿ ਮਾਂ ਪਿਓ ਨੇ ਬੜੀ ਚਲਾਕੀ ਖੇਡੀ ਹੁੰਦੀ ਹੈ, ਉਹਨੂੰ ਕਿਸੇ ਦੇ ਗੱਲੀ ਲਾਇਆ ਹੁੰਦਾ ਜਾਂ ਉਹਨੂੰ ਟੀਵੀ ਅੱਗੇ ਬਿਠਾਇਆ ਹੁੰਦਾ ਜਾਂ ਉਹਨੂੰ ਕੋਈ ਖਾਣ ਵਾਸਤੇ ਕੋਈ ਚੀਜ਼ ਦਿੱਤੀ ਹੁੰਦੀ ਹੈ, ਪਰ ਜਦੋਂ ਵੇਂਦਾ ਨਾ ਮਾਂ ਪਿਓ ਨੂੰ ਵੀ ਕੱਪੜੇ ਪਾ ਕੇ ਖਿਸਕਣ ਲੱਗੇ ਨੇ, ਸਭ ਚੱਕ ਕੇ ਪਰੇ ਮਾਰਦਾ। ਉਹ ਬਥੇਰਾ ਕਹਿੰਦੇ ਨੇ ਕਿ ਨਹੀਂ ਪੁੱਤ ਅਸੀਂ ਹੁਣੇ ਆਏ, ਅਸੀਂ ਤੇਰੇ ਲਈ ਆਹ ਲੈ ਕੇ ਆਵਾਂਗੇ, ਉਹ ਲੈ ਕੇ ਆਵਾਂਗੇ। ਕਹਿੰਦਾ ਕੁਛ ਵੀ ਨਾ ਲਿਆਇਓ, ਪਰ ਮੈਨੂੰ ਨਾਲ ਲੈ ਚੱਲੋ। ਹੁਣ ਇਹਦਾ ਅਰਥ ਇਹ ਨਹੀਂ ਕਿ ਬੱਚੇ ਨੂੰ ਕੋਈ ਘੁੰਮਣ ਦਾ ਸ਼ੌਕ ਹੈ ਜਾਂ ਉਹਨੂੰ ਘੁੰਮਣ ਦੇ ਬਾਰੇ ਕੋਈ ਜਾਣਕਾਰੀ ਹੈ, ਉਹਨੂੰ ਕੁਝ ਵੀ ਨਹੀਂ ਪਤਾ ਵਿਚਾਰੇ ਨੂੰ, ਪਰ ਸਿਰਫ ਉਹਨੂੰ ਇੱਕ ਗੱਲ ਜ਼ਰੂਰ ਸਮਝ ਆ ਗਈ ਹੈ ਕਿ ਮੇਰੇ ਦੁਨੀਆ ਦੇ ਸੁੱਖ ਮੇਰੇ ਮਾਂ-ਬਾਪ ਕਰਕੇ ਨੇ। ਤੁਸੀਂ ਵੇਖਿਆ ਹੋਣਾ ਕਿ ਜਿੰਨਾ ਚਿਰ ਬੱਚੇ ਨੇ ਮੇਲੇ ਵਿੱਚ ਮਾਂ ਦੀ ਪਿਓ ਦੀ ਉਂਗਲੀ ਪਕੜੀ ਹੁੰਦੀ ਹੈ, ਸਾਰਾ ਹੀ ਮੇਲਾ ਸੋਹਣਾ ਲੱਗਦਾ। ਬਸ ਜਿਵੇਂ ਬੱਚਾ ਆਪਣੀ ਮਾਂ ਪਿਓ ਦੀ ਉਂਗਲੀ ਛੱਡ ਬੈਠਦਾ, ਉਹੀ ਭੰਗੂੜੇ, ਉਹੀ ਝੂਲੇ, ਉਹੀ ਖਿਡੌਣੇ, ਸਾਰੀਆਂ ਚੀਜ਼ਾਂ ਮੇਲੇ ਦੇ ਵਿੱਚ ਉੱਦਾਂ ਹੀ ਲੱਗੀਆਂ ਹੋਈਆਂ ਨੇ। ਹੁਣ ਉਸ ਬੱਚੇ ਦੀਆਂ ਅੱਖਾਂ ਅੱਗੇ ਅੰਧੇਰਾ ਹੈ, ਸਾਰੀ ਦੁਨੀਆ ਉਹਨੂੰ ਚੁੱਪ ਕਰਾਉਂਦੀ ਹੈ। ਇੱਕ ਇੱਕ ਆਦਮੀ ਉਸ ਬੱਚੇ ਨੂੰ ਚੁੱਕ ਕੇ ਤੁਰਿਆ ਫਿਰਦਾ। ਫਿਰ ਲੋਕ ਲਾਲਚ ਵੀ ਦਿੰਦੇ ਨੇ ਵੀ ਤੂੰ ਜਲੇਬੀਆਂ ਖਾ ਲਾ, ਤੂੰ ਆਹ ਖਾ ਲਾ, ਤੂੰ ਉਹ ਖਾ ਲਾ। ਉਹ ਕਹਿੰਦਾ ਮੈਂ ਕੁਝ ਨਹੀਂ ਖਾਣਾ, ਮੈਨੂੰ ਮਾਂ ਪਿਓ ਚਾਹੀਦਾ। ਕਹਿ ਦੇਣਾ ਹੋਰ ਚੀਜ਼ ਹੈ ਕਿ ਤੂੰ ਮਾਤ ਪਿਤਾ ਹਮ ਬਾਰਕ ਤੇਰੇ। ਮੈਂ ਤਾਂ ਇਹ ਵੀ ਬੇਨਤੀ ਕਰਦਾ ਹੁੰਨਾ ਕਿ ਬੱਚਾ ਘਰੋਂ ਰੁੱਸ ਕੇ ਚਲਾ ਗਿਆ, ਭੂਆ ਪਿੰਡ ਚਲਾ ਗਿਆ, ਮਾਮੇ ਪਿੰਡ ਚਲਾ ਗਿਆ, ਚਾਚੇ ਤਾਏ ਕੋਲੇ ਚਲਾ ਗਿਆ, ਮਾਸੀ ਕੋਲੇ ਚਲਾ ਗਿਆ, ਕਿਸੇ ਹੋਰ ਦੋਸਤ ਮਿੱਤਰ ਦੇ ਮਾਂ ਪਿਓ ਦੇ ਘਰ ਚਲਾ ਗਿਆ। ਹੁਣ ਉਹ ਵਾਪਸ ਵੀ ਨਹੀਂ ਆਉਣਾ ਚਾਹੁੰਦਾ। ਪਰ ਤੁਸੀਂ ਵੇਖੋ ਇੱਕ ਗੱਲ ਦਾ ਉਹਨੇ ਧਿਆਨ ਰੱਖਿਆ, ਉਹਨੇ ਕਿਤੇ ਵੀ ਜਾ ਕੇ ਮਾਂ ਨਹੀਂ ਬਣਾਈ, ਕਿਸੇ ਨੂੰ ਜਾ ਕੇ ਪਿਓ ਨਹੀਂ ਬਣਾਇਆ। ਇਸੇ ਕਰਕੇ ਘਰ ਵਾਪਸੀ ਦੀ ਥਾਂ ਰਹਿ ਗਈ। ਪਰ ਸਾਡੀ ਤੇ ਹੱਦ ਹੋਈ ਪਈ ਹੈ। ਬਸ ਗੁਰਦੁਆਰਿਓਂ ਨਿਕਲੇ ਨਹੀਂ, ਅੱਗੇ ਕਈ ਮਾਂ ਪਿਓ ਬਣਾਏ ਹੋਏ ਨੇ। ਕੋਈ ਇੱਥੇ ਦੀਵਾ ਜਗਾਈ ਜਾਂਦਾ, ਕੋਈ ਉੱਥੇ ਧੂਪ ਧੁਖਾਈ ਜਾਂਦਾ। ਵੀ ਜਦੋਂ ਅਸੀਂ ਮਾਂ ਪਿਓ ਹੀ ਬਦਲ ਲੈ ਤੇ ਫਿਰ ਸਾਡੀ ਵਾਪਸੀ ਦੀ ਜਗ੍ਹਾ ਕਿੱਥੇ ਰਹਿ ਗਈ। ਜੇ ਘਰੋਂ ਰੁੱਸੇ ਬੱਚੇ ਨੇ ਮਾਂ ਪਿਓ ਨਹੀਂ ਬਦਲੇ ਤੇ ਵੀ ਚੇਤਾ ਰੱਖਣਾ ਕਿ ਉਦੋਂ ਬਾਅਦ ਮਾਂ ਪਿਓ ਨੇ ਰੋਟੀ ਨਹੀਂ ਖਾਧੀ। ਕਮਲੇ ਹੋਏ ਭੱਜੇ ਫਿਰਦੇ ਨੇ ਵੀ ਸਾਡਾ ਕਾਕਾ ਕਿੱਥੇ ਹੈ। ਸਾਰੀਆਂ ਸ਼ਰਤਾਂ ਬੱਚੇ ਦੀਆਂ ਮੰਨਣ ਨੂੰ ਤਿਆਰ ਨੇ। ਇੱਕੋ ਹੀ ਗੱਲ ਹੈ ਕਿ ਪਤਾ ਉਹਨਾਂ ਨੂੰ ਵੀ ਹੈ ਕਿ ਜੇ ਇਹਨੇ ਮਾਂ ਪਿਓ ਨਹੀਂ ਬਦਲਿਆ ਤੇ ਇਦਾਂ ਦਾ ਪੁੱਤ ਸਾਨੂੰ ਵੀ ਨਹੀਂ ਕਿਤੇ ਲੱਭਣਾ। ਤੇ ਜੇ ਮਹਾਰਾਜ ਨੂੰ ਪਤਾ ਲੱਗੇ ਵੀ ਇਹ ਤੇ ਮੁੜਨ ਵਾਲੀ ਜਾਤ 'ਚ ਹੀ ਨਹੀਂ ਹੈਗਾ, ਤੇ ਮਹਾਰਾਜ ਵੀ ਕਹਿੰਦੇ ਜਾ ਭਾਈ ਸੁੱਖ ਲੈ, ਫਿਰ ਆਪਣੇ ਜਾਂ ਆਪਣੇ ਕਰਮ ਭੋਗ ਜਾ ਕੇ। ਰਾਜੇ ਦੀ ਅਵਸਥਾ ਜਿਹੜੀ ਹੈ ਪਾਣੀ ਵਿੱਚ ਰਹਿਣ ਵਾਲੀ ਮੱਛੀ ਵਾਲੀ ਬਣੀ ਹੈ। ਵਿਆਕਲ ਹੋ ਗਿਆ, ਅੱਖਾਂ ਤੋਂ ਜਲ ਵਹਿ ਤੁਰਿਆ, ਡਾਵਾਂ ਡੋਲ ਹੋ ਗਿਆ। ਹਾਂਜੀ। ਦੇਖ ਪ੍ਰੀਤ ਅਸ ਉਰ ਕੀ ਸਾਚੀ, ਸ਼੍ਰੀ ਨਾਨਕ ਜੀ ਗੇਰਾ ਉਬਾਚੀ। ਰਾਜੇ ਦੀ ਉਸ ਸੱਚੀ ਪ੍ਰੀਤ ਨੂੰ ਵੇਖ ਕੇ, ਹੁਣ ਇੱਥੇ ਉਹ ਜੇ ਸ਼ਬਦ ਪੜੋਗੇ ਤੇ ਭਾਵ ਪੂਰਤ ਹੋਏਗਾ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ
हम भै हैं चकोरा। जो तुम तीरथ तो हम जाति। जे मैनू पता लगे तू तीरथ है तो चेता रखी फिर मैं यात्री होवांगा, तेरे तीर्थ की यात्रा करने वाला मैं होवांगा। जो तुम तीर्थ तो हम जाति, जो तुम दीवरा तो हम बाती। जे पता लगे तू दीवा है, जिहड़ी दीवे विच जगण वाली बत्ती है वो मैं बनागा। भाव तेरे दीवे विच पै के बत्ती बन के सड़ना मंजूर है। इनू कहते ने सच्ची प्रीत। सच्ची प्रीत ये नहीं भी रोज घर बह के पुछी जाओ ज्ञानी जी अगली संगरांद कदों है, मस्या कदों है भला। तो जे पुछो भी भाई एडी जानकारी करना की है, कहते जी मत्था टेकन आना है। पुछो भी अगों पिछों करफ्यू लगा है। सच्ची प्रीत वाले वो लोग ने जिन्हां दा नेम है, और नेम भी प्रेम वाला है। नेम भी जिहड़ा है वो प्रेम वाला है। और ये भी चेता रखना प्रेम विच जाके नेम टुट जाते हैं। जदों तक तुसी नेम दे विच हो तां वपारी हो, संसारी हो तुसी। प्रेम दे विच कदे नेम नहीं हुंदे, कोई मर्यादा है ही नहीं प्रेम दे विच, कोई बंदिश है ही नहीं उहदी। प्रेम की कोई लिखत पढ़त नहीं है। हुण इहदी जिन्नी मर्जी कथा सतगुरु की बाणी चों कढ लो। वो कहते ने आशिक ये ना आखी है जे लेखे वरते सोए। उदा कही जाए मैं तेनों प्यार करदा, नाल कापी पैन चुक के तुरया फिरदा होवे कि तू 2 केले वध खा ले जी, तू 2 रोटियां वध खा लियां जी, जे पनीर दे पकौड़े लै तू 3 खाधे जी, मैं 1 खाधा जी, मैं तेरे पैसे क्यों दियां जी। चंगा प्यार करने वाला बई तू। आशिक ये ना आखी है जे लेखे वरते सोए। जिहड़ा हर वेले हिसाब किताब करके तुहाडे नाल वरतना चाहुंदा है वो तुहाडा प्यार वाला नहीं हो सकता। उन्होंने कदे अपने प्यारे की संज्ञा विच लिखना ही ना, वो तुहाडे उस प्यार के रिश्ते का हकदार ही नहीं है। तो सच्चे पातशाह गुरु नानक साहब ने उहदी प्रीत नूं वेखिया, फिर अपने मुख तो ये बचन उचारे ने। हाँ जी। धरो ध्यान नित उर अवनीपा, मैं हूं तुमरे सदा समीपा। सतगुरु कहन लगे राजा तू साडे नाल नहीं जाएगा, तू इत्थे रहना है। हाँ एक तेरे नाल असी वादा करदे, जदों तू ध्यान धरेगा असी तेरे कोल होवांगे। जदों तू अंतर ध्यान होवेगा, जदों बाहरों अपनी सुरत का खंडाओ मुकाएगा तो साडे दर्शन होणगे तैनूं। हुण किसी बंदे नूं कहो भी भाई अपनी सुरत एकागर करो, हुंदी है? सवाल ही नहीं पैदा हुंदा। कई बारी ना तुहानूं कीर्तन च लगदा भी मैनूं कीर्तन च आनंद आया, आनंद नहीं आउंदा। आनंद असल च वो बड़ा वधिया, शायद मैनूं नाम भी चेता आ जाए भाई साहब दा। ਉਹਦੀ अजकल ने एक वीडियो बड़ी घूमती है, वो पाती तोरै मालनी पाती पाती जियो, जिस पाहन को पाती तोरै सो पाहन नर जियो। भाई बलबीर सिंह का बेटा है, दरबार साहब का रागी। वो तुसीं वेख्या होना थले नूं धौण जी सुट के जो प्रमाण ते प्रमाण कीर्तन करदा सी रागां विच। उन्हें बड़ी सोहनी गल कही है। वो कहता गल शब्द की नहीं है, गल शब्द ही नहीं। गल यह है भी लोगों को ट्यून बड़ी वधिया लगी, वो ट्यून है ही बड़ी वधिया। वो कहता जे लोगों ने शब्द पढ़िया होंदा ते अद्धी दुनिया ब्रह्म ज्ञानी हो जाती। वो शब्द की है? पाती तोरै मालनी। एक मालन है, वो पत्ते ते फुल तोड़ रही है। पाती पाती जियो। कहते हुण इनू कमली नू कौन समझावे भी हर पत्ते विच रब है,
हर पत्ते विच परमात्मा रहिंदा है, क्यों तोड़ी जानी है बनस्पति नूं? पाती तोरै मालनी पाती पाती जियो, जिस पाहन को पाती तोरै सो पाहन नर जियो। ते जिहड़ी मूर्ति नूं जाके तू फुੱਲ चढ़ाउणे ने उस पत्थर दे विच तां जिंद ही नहीं है। सवाल ये नहीं कि मूर्ति किस भगवान दी है, किस देवी देवते दी है, मूर्ति तो पत्थर दी है ना। ते फुੱਲ पत्ते तुसी बनस्पति दे तोड़े ने। और जिस मंदिर दे विच वो मूर्ति स्थापित है, जिथे वो फुੱਲ पत्ते चढ़ाने ने, उस मंदिर दे जिहड़े धर्म ग्रंथ ने वो एक सिद्धांत दिंदे ने बनस्पति दे बारे। वो कहते ने ब्रह्मपाती विष्ण डारी फूल शंकर देओ। ब्रह्मा कित्थे रहिंदा है? कहंदे पत्तियां विच। शंकर जी कित्थे रहिंदे ने? कहंदे फुੱਲਾਂ विच। विष्णु जी कित्थे रहिंदे ने? कहंदे डालियां विच। ये सुनी इस तरह तुसी कदे कथा सुनी? बस वो जो शब्द शुरू हो जाता है, हुण मैं बैठा ही किते इस तरह कथा दे विच आ, नहीं तो जो जे तुसी ट्यून सुनोगे ना, भावे मेरे वर्गा ऐ करदा फिर ऐ करके ऐ लगता भी जिवें यही ब्रह्म ज्ञानी है, बाकी तो कोई धरती ते होना ही नहीं। वो की है? वो तर्ज है। सारी दुनिया तर्ज ते झूमी जाती। जे सिद्धांत की गल आउंदी ते किसी ने बनस्पति नूं तोड़ना ही नहीं सीगा। गुरु नानक दे पिता महाराज ने उपदेश किया, राजन जिदन ध्यान धरेगा तेरे कोल होवांगे। हुण साडे चों पुछो भी ध्यान किनूं कहंदे ने? आ सारा दिन सेवादार राह च बैठिया नूं उठाई जाते हैं। मेरी जिथे भी सेवा लगे ना गुरुद्वारा साहब, मैं वो रस्ते वास्ते ना पाएदान जरूर विछाउणा। एक तो यह होंदा भी चलो सारिਆਂ ਨੂੰ इंडीमेशन हो गई भी इधर दी लंघना है, दूजा भी होंदा भी घट्टो घट्ट इन्ना राह तो छड्ड दिओ। तो कई ऐसे महापुरख ने राह च ही बहिंदे ने, और तुसीं अगे तो ध्यान करना। अज तो बाद एक भी बंदा राह विच बैठा जिहड़ा इहनूं ऐ करके नहीं पवेगा, वो ऐ तुहाडे वल वेखेगा भी किन्ने बटनां दा कमीज पाया इन्हें, किन्ने रुपये मीटर वाला कपड़ा पाया इन्हें। वो तो अखां की स्क्रीनिंग लैके बैठा भी तुहाडा कद किन्ना क है, तुसीं सोहणे किन्ने को। जे तुहानूं राह च कोई बैठा समाधि ला के मिले तो मैनू जरूर मिलायो। वो बैठा ही इस करके है भी हाय हैलो करूँगा। कई तो इदां दे भी नहीं, महाराज ने चंगा किया करोने ने हथ ठा नूं करते नहीं तो काफ़ी कई दे ऐ रहिंदे हुंदे सी। वो हैंडशेक वास्ते बैठे ने राह च। वो भाई जे जान पछाण ही कढ़नी किते पार्क च बह जाओ, मार्केट च बह जाओ जाके। इत्थे लोड़ सी रब दे नाल थोड़ी बहुती कोई सांझ बन जाती। सच्चे बादशाह कहन लगे, राजा जदों ध्यान धरेगा तेरे कोल होवांगे, तेरे ध्यान विच होवांगे, तैनूं रोज साडे दर्शन होणगे। हाँ जी। सोच सोह पंचामृत कर वाबो, टका राख अरदास अलावो। रोज अपने घर कड़ा प्रसाद की देग तैयार करनी। हुण ये फार्मूला कोई सुन लई तैयार नहीं है, ये विधि कोई सुनने लई तैयार नहीं। हर बंदा कहता ज्ञानी जी कारोबार किवें चलेगा, उसका मतलब होंदा कोई धागा तवीज दे दिओ, कोई लाचियां दे दिओ, कोई दसो किहड़े चौंक च जाके कपड़े ला के नहाउणा है कि कपड़े पा के नहाउणा है। लोड़ नहीं है। सवेरे उठ के इशनान करया करो, पाठ करया करो। जे कर सकते हो तो अपने घर रोज कड़ा प्रसाद की देग बनाओ, रोज अरदास करो। पंचामृत सोच सो करवावो, टका राख अरदास अलावो। ते जिथे देग रखनी उथे थोड़े जे पैसे रख के रोज अरदास करनी है। हुण तुसीं कहो जी भी अरदास ते भाई साहब नूं दई दी है,
नहीं ਜਿਹੜੀ ਉੱਥੇ ਤੁਸੀਂ ਰੱਖਣੀ ਉਹ ਭੇਟਾ ਹੈ ਵਾਹਿਗੁਰੂ ਦੀ, ਉਹ ਫਿਰ ਕਿਸੇ ਗਰੀਬ ਨੂੰ ਦੇ ਦਿਓ, ਕਿਸੇ ਲੋੜਵੰਦ ਨੂੰ ਦੇ ਦਿਓ। ਉਹ ਪੈਸੇ ਰੱਬ ਦੇ ਜਾਣ ਕੇ ਤੁਸੀਂ ਭੇਟਾ ਰੱਖਣੀ ਹੈ ਤੇ ਅਰਦਾਸ ਕਰਨੀ ਹੈ, ਜੋ ਮੰਗੋਗੇ ਮਿਲ ਜਾਏਗਾ। ਹਾਂਜੀ। ਹਾਜ਼ਰ ਹੋਵੋਂ ਆਣ ਤਬ ਕਰੋ ਕਾਮਨਾ ਪੂਰ। ਸਤਿਗੁਰੂ ਕਹਿੰਦੇ ਮੈਂ ਖੁਦ ਹਾਜ਼ਰ ਹੋਵਾਂਗਾ, ਤੁਹਾਡੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਹਾਂਜੀ। ਅਸ ਕਹਿ ਬਹੁ ਧੀਰਜ ਦਇਓ ਭੂਪਤ ਕੋ ਜਗ ਮੂਰ। ਸੱਚੇ ਪਾਤਸ਼ਾਹ ਨੇ, ਗੁਰੂ ਜੀ ਨੇ ਰਾਜੇ ਨੂੰ ਧੀਰਜ ਦਿੱਤਾ, ਰਾਜਾ ਜਾਣ ਦੀ ਲੋੜ ਨਹੀਂ, ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕੇ ਹੈ ਸੰਗ। ਘਰੇ ਵੀ ਤੂੰ ਹੈ, ਬਾਹਰ ਵੀ ਤੂੰ ਹੈ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਘਰੇ ਵੀ ਰੱਬ ਹੈ, ਇਹ ਮਤ ਸੋਚਣਾ ਕਿ ਤੁਹਾਡੇ ਘਰ 'ਚ ਰੱਬ ਨਹੀਂ ਹੈ। ਬਾਹਰ ਜਾਓਗੇ ਬਾਹਰ ਵੀ ਰੱਬ ਹੈ, ਰੱਬ ਤੇ ਹਮੇਸ਼ਾ ਤੁਹਾਡੇ ਨਾਲ ਹੈ, ਤੁਹਾਡੇ ਕੋਲ ਹੈ। ਹਾਂਜੀ। ਸਰਬ ਨਗਰ ਕੇ ਨਰ ਮਿਲੇ ਝੰਡੇ ਆਦ ਜੇ ਆਣ। ਜਦੋਂ ਸਤਿਗੁਰੂ ਤੁਰਨ ਲੱਗੇ ਤੇ ਸਭ ਨਗਰੀ ਦੇ ਲੋਕ ਸਮੇਤ ਭਾਈ ਝੰਡੇ ਦੇ ਸਭ ਨੇ ਆ ਕੇ ਗੁਰੂ ਜੀ ਦੇ ਦਰਸ਼ਨ ਪਰਸੇ ਨੇ। ਹਾਂਜੀ। ਤਿਨ ਕੋ ਧੀਰਜ ਦੇ ਗੁਰੂ ਪੁਨ ਕੀਨੋ ਪ੍ਰਸਥਾਨ। ਸਭ ਨੂੰ ਧੀਰਜ ਹੌਸਲਾ ਧਰਵਾਸ ਦੇ ਕੇ ਸਤਿਗੁਰੂ ਜੀ ਇਸ ਤੋਂ ਅੱਗੇ ਚੱਲਦੇ ਨੇ। ਹਾਂਜੀ। ਸਾਰ ਦੂਲ ਸ਼੍ਰੀ ਗੁਰ ਚਰਨ ਸ਼ਰਨ ਪਰਿਓ ਮੈਂ ਤਾਏ। ਕਵੀ ਜੀ ਅਗਲੀ ਕਥਾ ਆਰੰਭ ਕਰਨ ਤੋਂ ਪਹਿਲਾਂ ਗੁਰੂ ਨੂੰ ਧਿਆਉਂਦੇ ਨੇ, ਸਿਮਰਦੇ ਨੇ, ਕਹਿੰਦੇ ਮੇਰੇ ਗੁਰੂ ਦੇ ਚਰਨ ਜਿਹੜੇ ਨੇ, ਮੇਰੇ ਗੁਰੂ ਦੀ ਸ਼ਰਨ ਜਿਹੜੀ ਹੈ, ਉਹ ਕਹਿੰਦੇ ਐਵੇਂ ਹੈ ਜਿਵੇਂ ਸ਼ੇਰ ਹੋਵੇ ਜਿਹਨੂੰ ਕਿਸੇ ਦਾ ਖੌਫ ਨਹੀਂ ਹੈ, ਜਿੱਥੇ ਕੋਈ ਡਰ ਨਹੀਂ ਹੈ। ਹਾਂਜੀ। ਜੰਬਕ ਜਮ ਬਪੁਰਾ ਨਿਬਲ ਤਾਂ ਕੋ ਕਹਾਂ ਬਸਾਏ। ਮੈਂ ਉਸ ਗੁਰੂ ਦੀ ਸ਼ਰਨ ਤੱਕਦਾ ਹਾਂ ਜਿਸ ਸ਼ੇਰ ਦੀ ਗੁਫਾ ਵਿੱਚ, ਸ਼ੇਰ ਦੇ ਘੁਰਨੇ ਵਿੱਚ, ਜਿਸ ਸ਼ੇਰ ਦੇ ਛਾਏ ਵਿੱਚ ਕਹਿੰਦੇ ਗਿੱਦੜ ਨਹੀਂ ਜਾਂਦੇ। ਜਮ ਕੀ ਨੇ ਕਹਿੰਦੇ ਤੇ ਗਿੱਦੜਾਂ ਵਰਗੇ ਨੇ, ਇਹ ਸ਼ੇਰ ਕੋਲ ਨਹੀਂ ਜਾ ਸਕਦੇ। ਜਾਂਦੇ ਹੋਣਗੇ ਛੋਟੇ ਮੋਟੇ ਥਾਵਾਂ ਤੇ ਚਲੇ ਜਾਂਦੇ ਹੋਣਗੇ ਭਾਈ। ਹਾਂਜੀ। ਸੁਣੋ ਕਥਾ ਸ਼੍ਰੀ ਅੰਗਦ ਰੂਰੀ ਸਰਬ ਕਾਮਨਾ ਕਰੇ ਜੋ ਪੂਰੀ। हे ਗੁਰੂ ਅੰਗਦ ਸਾਹਿਬ, ਅਗਲੀ ਕਥਾ ਆਪ ਜੀ ਸੁਣੋ। ਇਹ ਕਥਾ ਸਾਰੇ ਸੁੱਖ, ਸਾਰੀਆਂ ਖੁਸ਼ੀਆਂ ਦੇਣ ਵਾਲੀ ਕਥਾ, ਸਾਰੀਆਂ ਇੱਛਾ ਪੂਰੀਆਂ ਕਰਨ ਵਾਲੀ ਕਥਾ ਹੈ। ਹਾਂਜੀ। ਸੁਦਰ ਸੈਨ ਕੇ ਦੇ ਉਰ ਧੀਰਾ ਗਮਨੇ ਆਗੇ ਗੁਣੀ ਗਹੀਰਾ। ਸੁਦਰ ਸੈਨ ਰਾਜੇ ਨੂੰ ਧਰਵਾਸ ਦੇ ਕੇ ਸਤਿਗੁਰੂ ਜੀ ਨੇ ਇੱਥੋਂ ਪ੍ਰਸਥਾਨ ਕੀਤਾ। ਬਿਸਿਅਰ ਦੇਸ਼ ਤੋਂ ਸਤਿਗੁਰੂ ਅੱਗੇ ਚੱਲੇ ਨੇ। ਹਾਂਜੀ। ਚੱਲੇ ਜਾਹੇ ਸਾਗਰ ਪੈ ਐਸੇ ਬਿਨਾ ਪੰਕ ਧਰਨੀ ਪਰ ਜੈਸੇ। ਸਤਿਗੁਰੂ ਜੀ ਨਿਰੰਤਰ ਲਗਾਤਾਰ ਤੁਰਦੇ ਨੇ, ਇਵੇਂ ਤੁਰਦੇ ਨੇ ਜਿਵੇਂ ਜ਼ਮੀਨ ਹੋਵੇ। ਇਸ ਕਦਰ ਸਤਿਗੁਰੂ ਜੀ ਅੱਗੇ ਵੱਧਦੇ ਨੇ। ਹਾਂਜੀ। ਭੰਨਤ ਜਾਤ ਸ਼੍ਰੀ ਮੁਖ ਤੇ ਬਚਨਾ ਹਾਸ ਕਰਨ ਕੀ ਜਿਨ ਮਹਿ ਰਚਨਾ। ਸਤਿਗੁਰੂ ਕਈ ਵਾਰੀ ਆਪਣੇ ਸਾਥੀਆਂ ਦੇ ਨਾਲ ਜਿਹੜੇ ਬਚਨ ਕਰਦੇ ਨੇ ਉਹਨਾਂ ਦੇ ਵਿੱਚ ਹਾਸ ਰਸ ਵੀ ਹੁੰਦਾ ਹੈ। ਉਦਾਂ ਹੀ ਮਨ ਖੁਸ਼ ਕਰਨ ਲਈ ਸਤਿਗੁਰੂ ਜੀ ਉਹਨਾਂ ਨੂੰ ਕੋਈ ਨਾ ਕੋਈ ਬਚਨ ਬੋਲਦੇ ਨੇ। ਹਾਂਜੀ। ਟਾਪੂ ਆਵਾ ਏਕ ਅਗਾਰੀ ਗਮਨ ਕੀਨ ਪੁਨ ਤਾਹੇ ਮਜਾਰੀ। ਇਸ ਤੋਂ ਅੱਗੇ ਫਿਰ ਇੱਕ ਟਾਪੂ ਆਉਂਦਾ ਹੈ, ਉਸ ਤੋਂ ਅੱਗੇ ਫਿਰ ਸਤਿਗੁਰੂ ਜੀ ਚੱਲ ਪਏ। ਹਾਂਜੀ। ਦੋਏ ਕੋਸ ਤੇ ਪੁਰ ਇੱਕ ਦੇਖਾ ਅਤ ਸੁੰਦਰ ਜਹ ਦੁਰਗ ਬਸੇਖਾ। ਉਸ ਟਾਪੂ ਦੇ ਅੰਦਰ 2 ਕੋਸ, ਜਿਵੇਂ ਅੱਜ ਕਿਲੋਮੀਟਰ ਮੀਲ ਗਿਣਦੇ ਆ, ਇਹ ਪੁਰਾਣਾ ਮਾਪ ਤੋਲ ਹੈ, ਫਿਰ ਇਹ ਕੋਸ ਹੁੰਦੇ ਵੀ ਵੱਡੇ ਨੇ। 2 ਕੋਸ ਅੱਗੇ ਗਏ ਇੱਕ ਨਗਰ ਵੇਖਿਆ, ਕਿਲਾ ਵੇਖਿਆ।
ਪਹਿਲਾਂ ਲੋਕ ਜਿਹੜੇ ਸ਼ਹਿਰ ਵਸਾਉਂਦੇ ਸੀ ਨਾ, ਉਹ ਕਿਲੇ ਦੀ ਨੁਮਾ ਹੋਇਆ ਕਰਦੇ ਸੀ, ਹਮਲਾਵਰਾਂ ਤੋਂ, ਜੰਗਲੀ ਜਾਨਵਰਾਂ ਤੋਂ। ਅੱਜ ਵੀ ਕਈ ਵਾਰੀ ਆਪਾਂ ਸੁਣਦੇ ਹਾਂ ਨਾ, ਕੋਈ ਸ਼ੇਰ, ਕੋਈ ਚੀਤਾ, ਕੋਈ ਖੂੰਖਾਰ ਜਾਨਵਰ ਸ਼ਹਿਰ 'ਚ ਆ ਗਿਆ, ਪਿੰਡ 'ਚ ਆ ਗਿਆ। ਪਹਿਲਾਂ ਲੋਕ ਇਸ ਗੱਲ ਦਾ ਬਹੁਤ ਧਿਆਨ ਕਰਦੇ ਸੀ। ਹਾਂਜੀ। ਤੇਹ ਠਾਂ ਬੈਸ ਗਏ ਗਤ ਦਾਨਾ, ਨਿਕਟ ਨਗਰ ਮਹਿ ਕੀਨ ਪਿਆਨਾ। ਤੈ ਠਾਂ ਬੈਸ ਗਏ ਗਤ ਦਾਨਾ, ਨਿਕਟ ਨਗਰ ਨਹਿ ਕੀਨ ਪਿਆਨਾ। 2 ਕੋਸ ਅੱਗੇ ਸਤਿਗੁਰੂ ਆਏ ਤੇ ਅੱਗੇ ਨਗਰ ਹੈ। ਨਗਰ ਦੇ ਆਲੇ ਦੁਆਲੇ ਫਸੀਲ ਬਣੀ ਹੋਈ ਹੈ, ਉੱਚੀ ਉੱਚੀ ਕੰਧ ਬਣੀ ਜਿਵੇਂ ਕਿਲਾ ਹੋਵੇ, ਪਰ ਸਤਿਗੁਰੂ ਨਗਰੀ ਵਿੱਚ ਪ੍ਰਵੇਸ਼ ਨਹੀਂ ਕੀਤਾ। ਨਗਰੀ ਤੋਂ ਬਾਹਰ ਸਤਿਗੁਰੂ ਬੈਠੇ ਨੇ। ਹਾਂਜੀ। 3 ਦਿਵਸ ਬੀਤੇ ਉਦਿਆਨਾ, ਤਬ ਮਰਦਾਨੇ ਬਚਨ ਬਖਾਨਾ। 3 ਦਿਨ ਬੀਤ ਗਏ, 3 ਦਿਨ ਦਾ ਸਮਾਂ ਗੁਜ਼ਰ ਗਿਆ ਬੈਠੇ ਬੈਠੇ। ਹੁਣ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਨਾਲ ਬਚਨ ਕਰਦੇ ਨੇ। ਹਾਂਜੀ। ਆਏ ਅਸ ਦੇਵ ਨਗਰ ਮਹਿ ਜਾਵੋ, ਤਹ ਬਲੋਕ ਮੈਂ ਤੂਰਨ ਆਵੋ। ਆਇਸ ਦੇਹੋ ਨਗਰ ਮੈਂ ਜਾਵੋ। ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਜੀ ਆਗਿਆ ਦਿਓ ਵੀ ਤੁਸੀਂ ਤੇ ਬੈਠੇ ਹੀ ਹੋ, ਤੇ ਮੈਂ ਥੋੜਾ ਜਿਹਾ ਨਗਰ ਦਾ ਗੇੜਾ ਕੱਢ ਆਵਾਂ, ਫਿਰ ਤੋਂ ਆਵਾਂ। ਤੇਹ ਬਲੋਕ ਮੈਂ ਤੂਰਨ ਆਵਾਂ, ਵੇਖਾਂ ਤੇ ਸਹੀ ਵੀ ਕਿੱਦਾਂ ਦਾ ਸ਼ਹਿਰ ਹੈ ਤੇ ਕਿੱਦਾਂ ਦੇ ਲੋਕ ਨੇ ਤੇ ਕਰਦੇ ਕੀ ਨੇ। ਹਾਂਜੀ। ਬੋਲਤ ਭੇ ਸ਼੍ਰੀ ਮੁਖ ਬੇਗਸਾਨੇ, ਸ਼ੁਦਾ ਲੱਗੀ ਹੋਏ ਹੈ ਮਰਦਾਨੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਹੱਸ ਕੇ ਕਹਿੰਦੇ, ਮਰਦਾਨਿਆ ਭੁੱਖ ਲੱਗੀ ਹੈ, ਤੂੰ ਫਿਰ ਤੁਰ ਪਿਆ ਪਿੰਡ ਨੂੰ, ਸ਼ਹਿਰ ਨੂੰ। ਕੀ ਤੈਨੂੰ ਭੁੱਖ ਲੱਗੀ ਹੈ, ਸ਼ੁਦਾ ਲੱਗੀ ਹੈ, ਕੁਝ ਖਾਣ ਨੂੰ ਤੇਰਾ ਮਨ ਕਰਦਾ ਹੈ। ਹਾਂਜੀ। ਤੁਮ ਕੋ ਭੂਖ ਨਾ ਵਿਆਹ ਪਈ, ਤੇ ਖਾਸ ਸੰਤਾਏ ਨਾ ਕੋਏ। ਸਤਿਗੁਰੂ ਕਹਿੰਦੇ ਨਹੀਂ, ਤੈਨੂੰ ਕੋਈ ਭੁੱਖ ਨਹੀਂ ਲੱਗੇਗੀ, ਤੈਨੂੰ ਕੋਈ ਪਿਆਸ ਨਹੀਂ ਸਤਾਏਗੀ ਮਰਦਾਨਿਆ। ਹਾਂਜੀ। ਬੋ ਕੋ ਆਤੁਰ ਅਤ ਕਰੈ, ਕਿਉ ਨਿਰਬਾਹ ਹਮ ਹੋਏ। ਅੱਗੋਂ ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਤੁਹਾਨੂੰ ਨਹੀਂ ਲੱਗਦੀ, ਮੈਨੂੰ ਤੇ ਬਹੁਤ ਲੱਗਦੀ ਹੈ। ਨਾ ਤੁਹਾਨੂੰ ਭੁੱਖ ਲੱਗੇ, ਨਾ ਤੁਹਾਨੂੰ ਪਿਆਸ ਲੱਗੇ। ਮੋਕੋ ਆਤਰ ਅਤ ਕਰੇ, ਮੈਨੂੰ ਤਾਂ ਬੜੀ ਤੰਗ ਕਰਦੀ, ਆਤੁਰ ਕਰਦੀ ਹੈ। ਕਿਉਂ ਨਿਰਬਾਹ ਹਮ ਹੋਏ, ਤੁਹਾਡੇ ਵਰਗੇ ਕਰਤਾਰ ਰੂਪ ਨਾਲ ਮੇਰੇ ਵਰਗੇ ਸੰਸਾਰੀ ਦਾ ਨਿਰਵਾਹ ਕਿਵੇਂ ਹੋ ਸਕਦਾ ਹੈ, ਕਿਵੇਂ ਸਮਾਂ ਪਾਸ ਹੋ ਸਕਦਾ ਹੈ। ਤੁਸੀਂ ਤੇ ਪੌਣ ਆਹਾਰੀ ਹੋ, ਨਾ ਖਾਣੇ ਹੋ ਨਾ ਪੀਣੇ ਹੋ, ਤੇ ਮੇਰੇ ਵਰਗੇ ਨੂੰ ਤੇ ਖਾਣ ਲਈ ਵੀ ਚਾਹੀਦਾ, ਪੀਣ ਲਈ ਵੀ ਚਾਹੀਦਾ। ਹਾਂਜੀ। ਫਿਰੋ ਸੰਗ ਤੋ ਮਰੇ ਹੱਠ ਕਰ ਕੈ, ਅਚੋ ਅਸਣ ਅਬ ਨਗਰ ਨਿਹਾਰ ਕੈ। ਮੈਂ ਤਾਂ ਹੱਠੀ ਬਣ ਕੇ ਤੁਹਾਡੇ ਨਾਲ ਰਹਿਣਾ, ਵੀ ਨਹੀਂ ਕੁਝ ਮਿਲਿਆ ਖਾਣ ਨੂੰ ਤੇ ਕੀ ਕੀਤਾ ਜਾ ਸਕਦਾ, ਨਹੀਂ ਪੀਣ ਨੂੰ ਮਿਲਿਆ ਤੇ ਕੀ ਕੀਤਾ ਜਾ ਸਕਦਾ, ਛੱਡ ਮੈਂ ਤੁਹਾਨੂੰ ਸਕਦਾ ਨਹੀਂ। ਇੱਕ ਹੱਠ ਹੈ ਮੇਰਾ ਵੀ ਮੈਂ ਤੁਹਾਡੇ ਨਾਲ ਰਹਿਣਾ ਹੈ। ਤੇ ਹੁਣ ਸਤਿਗੁਰੂ ਇਹ ਨਗਰ ਆਇਆ, ਜੇ ਤੁਸੀਂ ਆਗਿਆ ਦਿਓ ਤੇ ਅਚੋਂ ਅਸਨ ਅਬ ਨਗਰ ਨਿਹਾਰਕ ਹੈ। ਸ਼ਹਿਰ ਵੇਖਦਾ, ਪਤਾ ਕਰਦਾ, ਹੋ ਸਕਦਾ ਕੋਈ ਆਦਮੀ ਮਿਲ ਜਾਏ ਜਿਹੜਾ ਕੋਈ ਲੰਗਰ ਭੋਜਨ ਦੇ ਦੇਵੇ ਮੈਨੂੰ। ਦੇਖੋ ਉਦੋਂ ਅੱਜ ਵਰਗਾ ਯੁੱਗ ਨਹੀਂ ਸੀ, ਆਪਾਂ ਤੇ ਬੜੇ ਵਧੀਆ ਯੁੱਗ 'ਚ ਪੈਦਾ ਹੋਏ ਆ। ਘਰ ਟੂਟੀਆਂ 'ਚੋਂ ਪਾਣੀ ਨਿਕਲ ਆਉਂਦਾ ਹੈ। ਅੱਗੇ ਪਾਣੀ ਨਹਿਰਾਂ 'ਚੋਂ ਨਿਕਲਦਾ ਸੀ ਜਾਂ ਖੂਹਾਂ 'ਚੋਂ ਨਿਕਲਦਾ ਸੀ, ਤੇ ਖੂਹ ਹਰ ਘਰ 'ਚ ਨਹੀਂ ਸੀ ਨਿਕਲਦਾ। ਪਾਣੀ ਪ੍ਰਾਪਤ ਕਰਨ ਵਾਸਤੇ ਵੀ ਇੱਕ ਬੜੀ ਵੱਡੀ ਜਦੋਜਹਿਦ ਹੁੰਦੀ ਸੀ। ਆਪਾਂ ਨੂੰ ਕੀ ਪਤਾ ਹੈ, ਮਦਰ ਡੇਅਰੀ ਤੋਂ ਦੁੱਧ ਲੈਣ ਵਾਲੇ ਨੂੰ ਕੀ ਪਤਾ ਵੀ ਮੱਝ ਦਾ ਦੁੱਧ ਕਿਵੇਂ ਨਿਕਲਦਾ ਹੈ। ਰਾਮਦੇਵ ਤੋਂ ਗੁੜ ਲੈਣ ਵਾਲੇ ਨੂੰ ਕੀ ਪਤਾ ਵੀ ਕਮਾਦ ਕਿਵੇਂ ਬੀਜੀਦੇ ਨੇ। ਉਹ ਅੱਜ ਕੱਲ੍ਹ ਉਹ ਕਿਸਾਨਾਂ ਦਾ ਚੱਲਦਾ ਹੈ ਨਾ, ਸ਼ਹਿਰੀ ਲੋਕਾਂ ਨੂੰ ਸਾਨੂੰ ਕੀ ਪਤਾ ਵੀ ਇਹ ਕੀ ਹੈ। ਉਹਦੇ ਸਮਝਦੇ ਵੀ ਜੱਟ ਕਮਲੇ ਹੁੰਦੇ ਨੇ, ਬਸ ਸੜਕਾਂ ਤੇ ਬਹਿ ਗਏ ਨੇ ਆ ਕੇ। ਆਪਾਂ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦਾ। ਫਿਰੋਂ ਸੰਗ ਤੁਮਰੇ ਹੱਠ ਕਰਕੇ ਅਚੋਂ ਅਸਨ ਅਬ ਨਗਰ ਨਿਹਾਰ ਕੇ। ਕਹਿੰਦਾ ਬਾਬਾ ਨਗਰ 'ਚ ਜਾਵਾਂਗਾ, ਵੇਖਾਂਗਾ ਵੀ ਕੋਈ ਦਿੰਦਾ ਵੀ ਹੈ।
ਹੱਟੀਆਂ ਨਹੀਂ ਸੀ ਹੁੰਦੀਆਂ, ਬਾਜ਼ਾਰ ਇਦਾਂ ਨਹੀਂ ਸੀ ਹੁੰਦੇ, ਹਰ ਬੰਦੇ ਕੋਲ ਇੰਨਾ ਪੈਸਾ ਨਹੀਂ ਸੀ ਹੁੰਦਾ। ਕਹਿਣ ਲੱਗਾ ਜੀ ਜੇ ਹੁਕਮ ਦਿਓ ਤੇ ਮੈਂ ਜਾਵਾਂ। ਹਾਂਜੀ। ਸ਼੍ਰੀ ਗੁਰ ਭਣੈ ਤਰੋ ਸੰਤੋਖੰ, ਸ਼੍ਰੀ ਕਰਤਾਰ ਕਰੇ ਤਬ ਪੋਖੰ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਸੰਤੋਖ ਕਰ, ਆਪੇ ਰੱਬ ਤੈਨੂੰ ਰੱਜ ਦੇਵੇਗਾ, ਆਪੇ ਰੱਬ ਤੈਨੂੰ ਸਿਦਕ ਦੇਵੇਗਾ, ਆਪੇ ਰੱਬ ਤੈਨੂੰ ਭੋਜਨ ਦੇਵੇਗਾ। ਹਾਂਜੀ। ਯਤਨ ਕਰਨ ਹਿਤ ਮਨ ਨਾ ਡੁਲਾਵੋ, ਪਰਾ ਲਬਦ ਬੈਠੇ ਹੀ ਪਾਵੋ। ਜਿਹੜੀ ਪਰਾ ਲਬਦ ਹੈ ਉਹ ਤੇ ਤੈਨੂੰ ਬੈਠਿਆਂ ਹੀ ਮਿਲ ਜਾਣੀ, ਇਹਦੇ ਵਾਸਤੇ ਯਤਨ ਕਰਨ ਦੀ ਕੀ ਲੋੜ ਹੈ? ਇਹਦੇ ਵਾਸਤੇ ਤੈਨੂੰ ਇੱਧਰ ਉੱਧਰ ਜਾਣ ਦੀ ਜ਼ਰੂਰਤ ਨਹੀਂ ਹੈ। ਹਾਂਜੀ। ਬੂਝਣ ਲੱਗਾ ਬਹੁਰ ਮਰਦਾਨਾ, ਕਿਆ ਇਹ ਪੁਰ ਕੋ ਨਾਮ ਸੁਜਾਨਾ। ਸਤਿਗੁਰੂ ਦੇ ਸਨਮੁਖ ਭਾਈ ਮਰਦਾਨਾ ਕਹਿੰਦਾ ਜੀ ਠੀਕ ਹੈ, ਕੀ ਕਰਾਂ ਮੈਂ, ਤੁਹਾਡਾ ਨਹੀਂ ਹੁਕਮ ਤੇ ਨਾ ਸਹੀ, ਪਰ ਬਾਬਾ ਇਹ ਤੇ ਦੱਸ ਦਿਓ ਵੀ ਇਹਦਾ ਸ਼ਹਿਰ ਦਾ ਨਾਂ ਕੀ ਹੈ, ਨਗਰ ਦਾ ਕੀ ਨਾਂ ਹੈ। ਹਾਂਜੀ। ਸੁਣ ਸ਼੍ਰੀ ਗੁਰ ਨੈ ਦੀਨ ਬਤਾਈ, ਨਾਮ ਬ੍ਰਹਮਪੁਰ ਇਸੈ ਅਲਾਈ। ਸਤਿਗੁਰੂ ਜੀ ਕਹਿਣ ਲੱਗੇ ਮਰਦਾਨਿਆ ਇਹਨੂੰ ਬ੍ਰਹਮਪੁਰ ਕਹਿੰਦੇ ਨੇ। ਇੱਥੇ ਭਾਈ ਵੀਰ ਸਿੰਘ ਨੇ ਥੋੜਾ ਜਿਹਾ ਇਸ਼ਾਰਾ ਕੀਤਾ ਵੀ ਇੱਕ ਬ੍ਰਹਮ ਕੁੰਡ ਇੱਕ ਜਗ੍ਹਾ ਹੈ, ਇਹ ਡਿਬਰੂਗੜ੍ਹ ਦੇ ਲਾਗੇ ਵੀ ਹੈ, ਇਧਰ ਆਸਾਮ ਵੱਲ ਹੈ। ਜੇ ਕਦੇ ਗੁਹਾਟੀ ਜਾਈਏ ਤੇ ਤਕਰੀਬਨ ਫਲਾਈਟ ਉੱਥੇ ਰੁਕਦੀ ਹੈ, ਮੇਰੇ ਖਿਆਲ ਆਰਮੀ ਬੇਸ ਹੀ ਉੱਥੇ ਸਾਰਾ। ਉੱਥੇ ਕਿ ਵੀ ਕਵੀ ਜੀ ਨੇ ਦੱਸਿਆ ਵੀ ਸ਼ਾਇਦ ਇਹ ਜਗ੍ਹਾ ਹੈਗੀ ਹੈ। ਸਤਿਗੁਰੂ ਪਿਤਾ ਜੀ ਕਹਿਣ ਲੱਗੇ ਇਹਦਾ ਨਾਂ ਹੈ ਬ੍ਰਹਮਪੁਰ। ਜਾਨੋ ਨਾਮ ਬ੍ਰਹਮਪੁਰ ਇਸੇ ਅਲਾਈ, ਸੁਣ ਸ਼੍ਰੀ ਗੁਰ ਨੇ ਦੀਨ ਬਤਾਈ। ਹਾਂਜੀ। ਜਾਨੋ ਬ੍ਰਾਹਮਣ ਭੂਪਤ ਨਗਰਾ, ਕਰਤ ਰਾਜ ਇਹ ਟਾਪੂ ਸਗਰਾ। ਸਤਿਗੁਰੂ ਕਹਿਣ ਲੱਗੇ ਇੱਕ ਮਰਦਾਨਿਆ ਟਾਪੂ ਹੈ, ਇੱਥੇ ਜਿਹੜਾ ਰਾਜਾ ਰਾਜ ਕਰਦਾ ਉਹ ਵੀ ਬ੍ਰਾਹਮਣ ਹੈ, ਇਸੇ ਕਰਕੇ ਉਹਨੇ ਨਾਂ ਵੀ ਬ੍ਰਹਮਪੁਰ ਰੱਖਿਆ ਹੋਇਆ। ਪੀੜੀ ਦਰ ਪੀੜੀ ਪੁਸ਼ਤ ਦਰ ਪੁਸ਼ਤ ਰਾਜ ਕਰਦੇ ਹੋਣਗੇ, ਬ੍ਰਾਹਮਣਾਂ ਦਾ ਰਾਜ ਹੋਏਗਾ ਉੱਥੇ। ਹਾਂਜੀ। ਕਹਿਤ ਪਰਸ ਪਰ ਅਸ ਬਿਦ ਬੈਨਾ, ਜੇ ਨਿਜ ਕਿੰਕਰ ਕਹੇ ਗਤ ਦੈਨਾ। ਇਸ ਤਰ੍ਹਾਂ ਆਪਸ ਵਿੱਚ ਕੁਝ ਸਮਾਂ ਗੱਲਾਂ ਕੀਤੀਆਂ ਨੇ। ਬਚਨ ਕਰਨ ਵਾਲੇ ਸਤਿਗੁਰੂ ਉਹ ਨੇ ਜਿਹੜੇ ਆਪਣੇ ਸੇਵਕਾਂ ਨੂੰ ਮੁਕਤੀ ਦਿੰਦੇ ਨੇ। ਕਿੰਕਰ ਸ਼ਬਦ ਗੁਰਬਾਣੀ ਵਿੱਚ ਜਦੋਂ ਵੀ ਆਉਂਦਾ ਹੈ, ਬਹੁਤਾਤ ਵਿੱਚ ਇਹ ਸੇਵਕ ਵਾਸਤੇ ਆਉਂਦਾ ਹੈ। ਜਮ ਕੇ ਕੰਕਰ ਵੀ ਆਏਗਾ, ਹੁਣ ਉਹ ਕੰਕਰ ਛੋਟੇ ਛੋਟੇ ਪੱਥਰਾਂ ਕਰਕੇ ਵੀ ਆਏਗਾ। ਛੋਟੇ ਛੋਟੇ ਪੱਥਰਾਂ ਨੂੰ ਵੀ ਆਪਾਂ ਕੰਕਰ ਕਹਿ ਦਿੰਦੇ ਆ। ਇੱਥੇ ਸੇਵਕਾਂ ਨੂੰ ਮੁਕਤੀ ਦੇਣ ਵਾਲੇ ਗੁਰੂ ਨਾਨਕ ਸਾਹਿਬ ਪਿਤਾ ਜਿਹੜੇ ਨੇ ਉਹ ਬਚਨ ਕਰਦੇ ਨੇ। ਹਾਂਜੀ। ਤੇ ਛਿਨ ਬ੍ਰਿੰਦ ਮਿਰਗ ਲਾਗੂ ਆਏ, ਚਕਤ ਬਿਲੋਕ ਤ੍ਰਿਸ਼ਰੋਣ ਉਠਾਏ। ਕੀ ਵੇਖਿਆ? ਤੈ ਛਿਨ ਬ੍ਰਿੰਦ ਮਿਰਗ ਲਘੂ ਆਏ। ਅਜੀਬ ਇੱਕ ਜਾਤੀ ਦੇ ਹਿਰਨ, ਉਹਨਾਂ ਦਾ ਕੱਦ ਬਹੁਤਾ ਵੱਡਾ ਨਹੀਂ ਹੈ, ਪਰ ਕਿੰਨੀ ਵੱਡੀ ਗਿਣਤੀ ਦੇ ਵਿੱਚ ਉਹ ਆਉਂਦੇ ਨੇ ਲਾਗੋਂ ਲੰਘ ਜਾਂਦੇ ਨੇ। ਚਕਤ ਬਲੋਕਤ ਸ਼ਰੋਣ ਉਠਾਏ। ਹੁਣ ਉਹਨਾਂ ਦੇ ਵੱਲ ਵੇਖਿਆ ਧਿਆਨ ਨਾਲ, ਕਿਉਂਕਿ ਵਿਸ਼ੇਸ਼ ਜਾਤੀ ਦੇ ਹੀ ਕੋਈ ਹਿਰਨ ਸਨ, ਮਿਰਗ ਸਨ। ਹਾਂਜੀ। ਭੈ ਕਰ ਭਾਗੇ ਜਾਹੇ ਅਗਾਰੇ, ਆਵਤ ਸ਼ੂਕਰ ਬਹੁਰ ਨਿਹਾਰੇ। ਪਰ ਉਹ ਦੌੜੇ ਜਾਂਦੇ ਨੇ, ਭੱਜੇ ਜਾਂਦੇ ਨੇ, ਰੁਕਦੇ ਨਹੀਂ। ਫਿਰ ਥੋੜੀ ਦੇਰ ਬਾਅਦ ਕੀ ਵੇਖਿਆ, ਮਗਰ ਸੂਰ ਭੱਜੇ ਆਉਂਦੇ ਨੇ, ਜੰਗਲੀ ਸੂਰ ਜਿਹੜੇ ਹੁੰਦੇ ਨੇ, ਉਹ ਵੀ ਦੌੜੇ ਤੁਰੇ ਆਉਂਦੇ ਨੇ, ਉਹ ਵੀ ਨਹੀਂ ਰੁਕਦੇ। ਬਦਨ ਰਦਨ ਸ਼ਬ ਅਸ ਤਹਿ ਠੌਰੇ, ਜਨ ਸਸ ਗਹੇ ਰਹੋ ਬਹੁ ਦੌਰੇ। ਪਰ ਇਹਦੇ ਬਾਰੇ ਦੱਸਿਆ ਵੀ ਇਹ ਜਿਹੜੇ ਸੂਰ ਆਏ ਨੇ
ਇਹਨਾਂ ਦੇ ਦੰਦ ਚਿੱਟੇ ਨੇ ਤੇ ਮੂੰਹ ਕਾਲੇ ਨੇ, ਤੇ ਇਉਂ ਲੱਗਦਾ ਹੈ ਕਿ ਜਿਵੇਂ ਇਹ ਜਿਹੜਾ ਰਾਹੂ ਹੈ, ਕਹਿੰਦੇ ਉਹਨੇ ਚੰਦਰਮਾ ਨੂੰ ਗਰਸਿਆ ਹੋਇਆ, ਕਿ ਚੰਦਰਮਾ ਚਿੱਟੇ ਰੰਗ ਦਾ, ਰਾਹੂ ਕਾਲੇ ਰੰਗ ਦਾ ਮੰਨਿਆ ਗਿਆ। ਚਿੱਟੇ ਦੰਦਾਂ ਵਾਲੇ, ਕਾਲੇ ਮੂੰਹ ਦੇ ਰੰਗ ਵਾਲੇ ਸੂਰ, ਪਹਿਲਾਂ ਮਿਰਗ ਲੰਘੇ, ਹੁਣ ਸੂਰ ਲੰਘੇ ਨੇ। ਹਾਂਜੀ। ਆਏ ਤਿਨ ਕੇ ਸਵਾਨ ਪਿਛਾਰੀ, ਗਹਿਨ ਹੇਤ ਦੌਰੇ ਬਲ ਤਾਰੀ। ਇਹਨਾਂ ਦੇ ਮਗਰ ਸਵਾਨ ਆ ਗਏ, ਕੂਕਰ ਆ ਗਏ, ਕੁੱਤੇ ਆ ਗਏ, ਉਹ ਇਹਨਾਂ ਨੂੰ ਫੜਨਾ ਚਾਹੁੰਦੇ ਨੇ। ਅਸਲ ਵਿੱਚ ਇਹ ਕੋਈ ਰਾਜਾ ਹੈ। ਰਾਜਾ ਸ਼ਿਕਾਰ ਖੇਡਣ ਚੜਿਆ, ਉਹਨੇ ਮਿਰਗ ਭਜਾਏ, ਸੂਰ ਭਜਾਏ, ਪਹਿਲਾਂ ਮਿਰਗ ਲੰਘੇ, ਫਿਰ ਸੂਰ ਲੰਘੇ, ਹੁਣ ਉਹ ਸ਼ਿਕਾਰੀ ਕੁੱਤੇ ਆ ਗਏ, ਉਹ ਵੀ ਦੌੜ ਕੇ ਲੰਘ ਗਏ। ਹਾਂਜੀ। ਲਏ ਬਾਬਰਾਂ ਪੁੰਨ ਨਰ ਆਏ, ਬਹਿਰੀ ਬਾਜ ਸਿਚਾਨ ਉਡਾਏ। ਅਜੇ ਕੁੱਤੇ ਦੌੜ ਕੇ ਲੰਘੇ ਹੀ ਨੇ ਸੂਰਾਂ ਮਗਰ, ਤੇ ਮਗਰ ਸ਼ਿਕਾਰੀ ਬੰਦੇ ਆ ਗਏ। ਉਹਨਾਂ ਦੇ ਕੋਲ ਬਾਵਰਾ ਜਾਲ ਨੇ, ਉਹਨਾਂ ਦੇ ਕੋਲ, ਤੇ ਉਹਨਾਂ ਕੋਲ 3 ਜਾਤੀਆਂ ਦੇ ਪੰਛੀ ਵੀ ਨੇ, ਬਹਿਰੀ, ਬਾਜ ਤੇ ਸਿਚਾਨ। ਇਹ ਤਿੰਨੋਂ ਪੰਛੀ ਸ਼ਕਲ ਵੇਖੋਗੇ ਤੇ ਬਾਜ ਵਰਗੀ ਹੈ, ਬਾਹਰੋਂ ਦੂਰੋਂ ਵੇਖੋਗੇ ਆਪਾਂ ਨੂੰ ਐਂ ਲੱਗੇਗਾ ਵੀ ਇਹ ਵੀ ਬਾਜ ਹੈ, ਇਹ ਵੀ ਬਾਜ ਹੈ, ਇਹ ਵੀ ਬਾਜ ਹੈ, ਜਾਤੀ ਇੱਕੋ ਹੀ ਹੈ, ਪਰ ਉਹਨਾਂ ਦੇ ਅੱਗੋਂ ਕਰਮ ਵੱਖਰੇ ਵੱਖਰੇ ਨੇ, ਇਸੇ ਕਰਕੇ ਉਹਨਾਂ ਦੇ ਨਾਮ ਵੱਖਰੇ ਨੇ। ਕਿਸੇ ਨੂੰ ਬਹਿਰੀ ਆਖਿਆ, ਕਿਸੇ ਨੂੰ ਸਿਚਾਨ ਆਖਿਆ, ਕਿਸੇ ਨੂੰ ਬਾਜ ਆਖਿਆ। ਜਿਨ ਤੇ ਬਹੁਰ ਬਿਹੰਗ ਗਹਾਏ। ਹਾਂਜੀ। ਜਿਨ ਤੇ ਬਹੁਤ ਬਿਹੰਗ ਗਹਾਏ, ਬਹੁ ਰਸਿਊਰ ਦੁਰਾਵਤ ਆਏ। ਇਹ ਉਹ ਪੰਛੀ ਨੇ ਜਿਨ੍ਹਾਂ ਨੇ ਕਈ ਪੰਛੀ ਫੜ ਕੇ ਲਿਆ ਕੇ ਮਾਲਕਾਂ ਨੂੰ ਦਿੱਤੇ ਨੇ। ਇਹ ਜਿਹੜੇ ਪੰਛੀ ਨੇ ਨਾ, ਇਹਨਾਂ ਦਾ ਸੁਭਾਅ ਕੀ ਹੈ, ਇਹ ਜਦੋਂ ਕਿਸੇ ਪੰਛੀ ਨੂੰ ਝਪਟਦੇ ਨੇ ਤੇ ਉੱਥੇ ਹੀ ਖਾਂਦੇ ਨਹੀਂ ਹੈ। ਖਾਸ ਕਰਕੇ ਜਿਹੜੇ ਪਾਲਤੂ ਹੁੰਦੇ ਨੇ, ਉਹ ਫਿਰ ਆਪਣੇ ਮਾਲਕ ਫਿਰ ਇਹਨਾਂ ਨੂੰ ਮਾਸ ਖਵਾਉਂਦਾ ਹੈ। ਬਹੁਰ ਸਊਰ ਦਰਾਵਤ ਆਏ, ਇਹਨੇ ਨੂੰ ਮਗਰ ਘੋੜ ਸਵਾਰ ਭੱਜੇ ਆਉਂਦੇ ਨੇ, ਘੋੜਿਆਂ ਤੇ ਚੜੀ ਸੈਨਾ ਤੁਰੀ ਆਉਂਦੀ ਹੈ। ਹਾਂਜੀ। ਤਿਨ ਕੇ ਪਾਛੇ ਹੁਤੋ ਪਵਾਲਾ, ਜਾਂ ਕੀ ਸ਼ੋਭਾ ਦਿਪਤ ਵਿਸਾਲਾ। ਇਹਨਾਂ ਦੇ ਮਗਰ ਰਾਜਾ ਤੁਰਿਆ ਆਉਂਦਾ ਹੈ, ਰਾਜੇ ਦੀ ਆਪਣੀ ਸ਼ੋਭਾ ਹੈ। ਹੁਣ ਅੱਗੇ ਕੌਣ ਨੇ? ਹਿਰਨ। ਮਗਰ ਕੌਣ ਨੇ? ਸੂਰ। ਸੂਰਾਂ ਦੇ ਮਗਰ ਕੌਣ ਨੇ? ਸ਼ਿਕਾਰੀ ਕੁੱਤੇ। ਸ਼ਿਕਾਰੀ ਕੁੱਤਿਆਂ ਦੇ ਮਗਰ ਕੌਣ ਨੇ? ਸ਼ਿਕਾਰੀ ਬੰਦੇ। ਉਹਨਾਂ ਕੋਲੇ ਸ਼ਿਕਾਰ ਵਾਲੇ ਪੰਛੀ ਵੀ ਨੇ। ਉਹਨਾਂ ਮਗਰ ਕੌਣ ਹੈ? ਉਹਨਾਂ ਮਗਰ ਰਾਜੇ ਦੀ ਫੌਜ ਹੈ। ਫੌਜ ਦੇ ਮਗਰ ਰਾਜਾ ਖੁਦ ਆਪ ਹੈ। ਤੇ ਰਾਜਾ ਕਹਿੰਦੇ ਸੁੰਦਰ ਵੀ ਬਹੁਤ ਹੈ ਤੇ ਉਹਦਾ ਪ੍ਰਭਾਵ ਵੀ ਬਹੁਤ ਹੈ। ਜਾਂ ਕੀ ਸ਼ੋਭਾ ਦਿਪਤ ਬਸਾਲਾ। ਇਸ ਦੇ ਨਾਲ ਹੀ ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।